ਸਤਿ ਸ਼੍ਰੀ ਅਕਾਲ ਜੀ। ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਘਾ ਸਵਾਗਤ ਕਰਦੀ ਹਾਂ। ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ। ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦਾ ਆਪਰੇਸ਼ਨ ਬਲੂ ਸਟਾਰ ਤੇ ਵੱਡਾ ਬਿਆਨ ਕਿ ਆਪਰੇਸ਼ਨ ਬਲੂ ਸਟਾਰ ਇੱਕ ਗਲਤ ਰਾਹ ਸੀ। ਬਿਆਨ ਨੇ ਲਿਆਂਦਾ ਪੰਜਾਬ ਦੀ ਸਿਆਸਤ ਦੇ ਵਿੱਚ ਭੁਚਾਲ। ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ 8 ਦਵਾਈਆਂ ਦੇ ਇਸਤੇਮਾਲ ਤੇ ਖਰੀਦ ਤੇ ਲਗਾਈ ਰੋਕ। ਮੱਧ ਪ੍ਰਦੇਸ਼ ਵਿੱਚ ਹੋ ਚੁੱਕੀ ਹੈ 22 ਬੱਚਿਆਂ ਦੀ ਮੌਤ। ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਨੇ ਮਚਾਈ ਸਿਆਸਤ ਵਿੱਚ ਹਲਚਲ। ਪੀੜਿਤ ਪਰਿਵਾਰ ਨੂੰ ਮਿਲੇ ਰਾਜਾ ਵੜਿੰਗ। ਭਲਕੇ ਪੰਜਾਬ ਦੇ ਵਿੱਚ ਕੱਢਿਆ ਜਾਏਗਾ ਕੈਂਡਲ ਮਾਰਚ। ਪੰਜਾਬ ਦੇ ਵਿੱਚ ਨਹੀਂ ਰੁਕ ਰਿਹਾ ਪਰਾਲੀ ਸਾੜਨ ਦਾ ਸਿਲਸਿਲਾ। ਹੁਣ ਤੱਕ 116 ਕੇਸ ਦਰਜ। ਅੰਮ੍ਰਿਤਸਰ ਜ਼ਿਲ੍ਹਾ ਪਰਾਲੀ ਸਾੜਨ ਵਿੱਚ ਸਭ ਤੋਂ ਅੱਗੇ। ਹੁਣ ਖਬਰਾਂ ਵਿਸਥਾਰ ਦੇ ਨਾਲ। ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਆਪਰੇਸ਼ਨ ਬਲੂ ਸਟਾਰ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਬਿਆਨ ਵਿੱਚ ਕਿਹਾ ਹੈ ਕਿ ਆਪਰੇਸ਼ਨ ਬਲੂ ਸਟਾਰ ਇੱਕ ਬਹੁਤ ਹੀ ਵੱਡੀ ਗਲਤੀ ਸੀ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਦੀ ਕੀਮਤ ਆਪਣੀ ਜਾਨ ਨਾਲ ਚੁਕਾਈ। ਆਪਰੇਸ਼ਨ ਬਲੂ ਸਟਾਰ ਦੇ ਸਮੇਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਪੰਜਾਬ ਦੇ ਵਿੱਚ ਕੱਟੜਵਾਦ ਤੇਜ਼ੀ ਨਾਲ ਫੈਲ ਗਿਆ। ਇਸ ਤੋਂ ਬਾਅਦ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ, ਜਿਸ ਤੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦਾ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ 1984 ਦੇ ਵਿੱਚ ਅੰਮ੍ਰਿਤਸਰ ਦੇ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਅਤਵਾਦੀਆਂ ਨੂੰ ਬਾਹਰ ਕੱਢਣ ਦੇ ਲਈ ਸ਼ੁਰੂ ਕੀਤਾ ਗਿਆ ਆਪਰੇਸ਼ਨ ਬਲੂ ਸਟਾਰ ਇੱਕ ਗਲਤੀ ਸੀ। ਉਸ ਗਲਤੀ ਦੀ ਕੀਮਤ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀ ਜਾਨ ਨਾਲ ਚੁਕਾਈ। No disrespect to any service officers, military officers here, but that was a wrong way to retrieve the Golden Temple. Few years later, I think 3-4 years later, we showed the right way to retrieve the Golden Temple by keeping out the army. You're talking about Black Thunder, the Yes. second But operation? I think you have... I've delved into that also, but you before... have dealt with very sketchily and in passing. I don't think you did justice to Black Thunder. And No, I was there. I covered every minute of it. but I have, in fact... book contains only say There's one chapter 2-3 on Punjab, pages. yes. So... There was a way to retrieve and capture all the militants. But the Blue Star was the wrong way. And I agree, Mrs. Gandhi paid with her life for that mistake. ਤੁਹਾਨੂੰ ਦੱਸ ਦਈਏ ਕਿ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਇਹ ਗੱਲ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿੱਚ ਖੁਸ਼ਵੰਤ ਸਿੰਘ ਸਾਹਿਤ ਉਤਸਵ ਵਿੱਚ ਕਹੀ, ਜਿੱਥੇ ਉਹ ਪੱਤਰਕਾਰ ਹਰਿੰਦਰ ਬਾਵੇਜਾ ਦੀ ਕਿਤਾਬ ਦੇ ਵਿਲ ਸ਼ੂਟ ਯੂ ਮੈਡਮ ਤੇ ਚਰਚਾ ਦਾ ਸੰਚਾਲਨ ਕਰ ਰਹੇ ਸਨ। ਚਿਦੰਬਰਮ ਬਾਵੇਜਾ ਦੇ ਉਸ ਬਿਆਨ ਤੇ ਪ੍ਰਤੀਕਿਰਿਆ ਦੇ ਰਹੇ ਸਨ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਨੂੰ ਆਪਰੇਸ਼ਨ ਬਲੂ ਸਟਾਰ ਦੇ ਫੈਸਲੇ ਦੀ ਕੀਮਤ ਆਪਣੀ ਜਾਨ ਨਾਲ ਚੁਕਾਉਣੀ ਪਈ। ਇਸ ਦੇ ਨਾਲ ਹੀ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਬਿਆਨ ਤੋਂ ਬਾਅਦ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਅਤੇ ਇਸੇ ਬਿਆਨ ਨੂੰ ਲੈ ਕੇ ਦਿੱਲੀ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਆਪਰੇਸ਼ਨ ਬਲੂ ਸਟਾਰ ਦੇ ਸਮੇਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਪੰਜਾਬ ਦੇ ਵਿੱਚ ਕੱਟੜਵਾਦ ਤੇਜ਼ੀ ਨਾਲ ਫੈਲ ਗਿਆ। ਇਸ ਤੋਂ ਬਾਅਦ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ, ਜਿਸ ਤੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦਾ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ 1984 ਦੇ ਵਿੱਚ ਅੰਮ੍ਰਿਤਸਰ ਦੇ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਅਤਵਾਦੀਆਂ ਨੂੰ ਬਾਹਰ ਕੱਢਣ ਦੇ ਲਈ ਸ਼ੁਰੂ ਕੀਤਾ ਗਿਆ ਆਪਰੇਸ਼ਨ ਬਲੂ ਸਟਾਰ ਇੱਕ ਗਲਤੀ ਸੀ। ਉਸ ਗਲਤੀ ਦੀ ਕੀਮਤ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ गांधी ने अपनी जान नाल चुकाई। पी चिदंबरम का ये कहना कि ऑपरेशन ब्लू स्टार एक गलत तरीका था, ये उनकी इस ऐतिहासिक कांग्रेस की ऐतिहासिक भूल को उजागर करता है। ये स्पष्ट करता है कि किस तरह से ये सिखों के ऊपर अत्याचार किया गया, उनके पवित्र स्थानों को तोप और टैंकों से उड़ाया गया, अकाल तख्त साहब को गिराया गया। लेकिन ये कहना कि इसमें इंदिरा गांधी अकेली जिम्मेवार नहीं थी, ये किसी भी सूरत में स्वीकार नहीं है। वो देश के प्रधानमंत्री के रूप में जिम्मेवार थी, संवैधानिक पद के ऊपर बैठे हुए के मुख्य प्रधानमंत्री के रूप में जिम्मेवार थी, और ये उनका कॉन्शियस फैसला था। ये सिखों के प्रति नफरत थी उनके मन के अंदर, जिसके चलते श्री दरबार साहब के ऊपर टैंक और तोपों से हमला करवाया गया।
श्री गुरु ग्रंथ साहिब महाराज जी के पावन स्वरूपों की बेदबियां हुई, सैकड़ों गुरुद्वारे ढह ढेर कर दिए गए और तोप टैंकों से अकाल तख्त साहब को खा दिया गया। ये पाप जिस पार्टी ने किया है, आज वो पार्टी जरूर ये मान रही कि गलत तरीका था, लेकिन पी चिदम्बरम जी तरीके के साथ साथ जिन लोगों ने किया था वो कभी भी उसको किसी कौम माफ नहीं करेगी। और इस पाप के लिए जो आपने धर्म के ऊपर हमला किया है, देश और दुनिया के लोग आपको कतई माफ नहीं करेंगे। इसलिए इंदिरा गांधी को कतई दोष मुक्त नहीं किया जा सकता। ਤੁਹਾਨੂੰ ਦੱਸ ਦਈਏ ਕਿ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਇਹ ਗੱਲ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿੱਚ ਖੁਸ਼ਵੰਤ ਸਿੰਘ ਸਾਹਿਤ ਉਤਸਵ ਵਿੱਚ ਕਹੀ, ਜਿੱਥੇ ਉਹ ਪੱਤਰਕਾਰ ਹਰਿੰਦਰ ਬਾਵੇਜਾ ਦੀ ਕਿਤਾਬ ਦੇ ਵਿਲ ਸ਼ੂਟ ਯੂ ਮੈਡਮ ਤੇ ਚਰਚਾ ਦਾ ਸੰਚਾਲਨ ਕਰ ਰਹੇ ਸਨ। ਚਿਦੰਬਰਮ ਬਾਵੇਜਾ ਦੇ ਉਸ ਬਿਆਨ ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਨੂੰ ਆਪਰੇਸ਼ਨ ਬਲੂ ਸਟਾਰ ਦੇ ਫੈਸਲੇ ਦੀ ਕੀਮਤ ਆਪਣੀ ਜਾਨ ਨਾਲ ਚੁਕਾਉਣੀ ਪਈ। उधर एजीपीसी मैंबर गुरचरण सिंह गरेवाल ने कांग्रेस संसद मैंबर पी चिदंबरम के ऑपरेशन ब्लू स्टार ते दिते बयान का स्वागत किया है, पर उन्होंने इस दावे नाल असहमति दी है कि यह इंदिरा गांधी का फैसला नहीं सी। गरेवाल ने कहा है कि सिख नस्लकुशी पूरे भारत में हुई, फिर भी कुछ कांग्रेसी आगुओं को सजा नहीं मिली। इस दौरान एजीपीसी मैंबर गुरचरण सिंह गरेवाल ने राहुल गांधी ਨੂੰ ਗੁਰਦੁਆਰਿਆਂ ਵਿੱਚ ਜਾਣ पर जगदीश टाइटलर ਅਤੇ ਹੋਰ ਜ਼ਿੰਮੇਵਾਰਾਂ ਦੀ कदे भी खुल के निंदा ना करना दोष भी लगाया। आज कांग्रेस के एक नामवर लीडर चिदंबरम साहब ने एक बयान दिया है कि इंदिरा गांधी का उतना रोल नहीं था, लेकिन उसने कहा कि ब्लू स्टार ऑपरेशन एक गलत बात थी। बिल्कुल सही चिदंबरम साहब, आप एक बात तो सही बोल रहे हैं कि जो ब्लू स्टार ऑपरेशन था उसको रोका भी जा सकता था, ये ठीक नहीं हुआ। और दूसरी तरफ से आप जो पहले से कांग्रेस की तरफ से बड़ा झूठ बोला जा रहा है उसमें और वृद्धि कर दिया है कि इंदिरा गांधी इसमें कल्ले दोषी नहीं है। सो ये बात कोई भी मानने वाली बात नहीं है, क्योंकि इंदिरा गांधी एक प्राइम मिनिस्टर थी और उसका अपना फैसला था। उस फैसले में लागू करने में दूसरी पार्टी के कुछ लोग भी उसके साथ सहमत थे, उसने किए थे। लेकिन आज ये बात कहना कि इंदिरा गांधी का कसूर नहीं है, ये बात अपने आप में गलत है। ਤੁਹਾਨੂੰ ਦੱਸਣਾ ਚਾਹਾਂਗੇ ਕਿ ਪੀ ਚਿਦੰਬਰਮ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਮਾਹੌਲ ਭਖ ਗਿਆ। ਕਈ ਕਾਂਗਰਸੀ ਆਗੂ ਪੀ ਚਿਦੰਬਰਮ ਦੇ ਬਿਆਨ ਦੀ ਨਿੰਦਾ ਕਰ ਰਹੇ ਨੇ ਤੇ ਕੁਝ ਸਫਾਈ ਦੇ ਰਹੇ ਨੇ। ਹੁਣ ਵਿਰੋਧੀ ਪਾਰਟੀ ਵੀ ਕਾਂਗਰਸ ਤੇ ਹਮਲਾਵਰ ਹੈ। ਪੰਜਾਬ ਸਰਕਾਰ ਨੇ ਕੋਲਡ ਰਿਫ ਬੈਨ ਤੋਂ ਬਾਅਦ ਸਾਰੇ ਹੀ ਸਰਕਾਰੀ ਹਸਪਤਾਲਾਂ ਵਿੱਚ 8 ਦਵਾਈਆਂ ਦੀ ਵਰਤੋਂ ਅਤੇ ਖਰੀਦ ਤੇ ਪਾਬੰਦੀ ਲਗਾਈ ਹੈ। ਸੋ ਸਿਹਤ ਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਵੱਲੋਂ ਇਹ ਹੁਕਮ ਜਾਰੀ ਕੀਤਾ ਹੈ। ਸੋ ਇਹ ਫੈਸਲਾ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਐਡਵਰਸ ਰਿਐਕਸ਼ਨ ਸਾਹਮਣੇ ਆਉਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਸੀ। ਸੋ ਪੰਜਾਬ ਸਰਕਾਰ ਦੇ ਵੱਲੋਂ ਬੈਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਦੱਸ ਦੇਣਾ ਚਾਹਾਂਗੇ ਕਿ 3 ਫਾਰਮਾਸਿਊਟੀਕਲ ਕੰਪਨੀਆਂ ਦੁਆਰਾ ਨਿਰਮਿਤ ਇਹਨਾਂ ਦਵਾਈਆਂ ਤੇ ਪਾਬੰਦੀ ਲਗਾਈ ਗਈ ਹੈ। ਦੇਸ਼ ਭਰ ਦੇ ਵਿੱਚ ਬੱਚਿਆਂ ਲਈ ਖੰਘ ਦੀ ਦਵਾਈ ਵਜੋਂ ਜਾਣਿਆ ਜਾਂਦਾ ਕਫ ਸਿਰਫ ਕੋਲਟ੍ਰਿਫ ਨੂੰ ਪੰਜਾਬ ਸਰਕਾਰ ਨੇ ਬੈਨ ਕਰਨ ਮਗਰੋਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ 8 ਦਵਾਈਆਂ ਦੀ ਵਰਤੋਂ ਅਤੇ ਖਰੀਦਣ ਤੇ ਪਾਬੰਦੀ ਲਗਾਈ ਗਈ ਹੈ। ਸਿਹਤ ਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਵੱਲੋਂ ਇਹ ਹੁਕਮ ਜਾਰੀ ਕੀਤਾ ਹੈ। ਸੋ ਇਹ ਫੈਸਲਾ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਐਡਵਰਸ ਰਿਐਕਸ਼ਨ ਸਾਹਮਣੇ ਆਉਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਸੀ। ਪੰਜਾਬ ਸਰਕਾਰ ਵੱਲੋਂ ਬੈਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਦੱਸ ਦਈਏ ਕਿ ਹਾਲ ਹੀ ਵਿੱਚ ਮੱਧ ਪ੍ਰਦੇਸ਼ ਵਿੱਚ ਕਫ ਦੀ ਦਵਾਈ ਖਾਣ ਦੇ ਨਾਲ 22 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੋਲਡ ਰਿਫ ਕਫ ਸਿਰਪ ਦੇ ਵਿੱਚ 46.23% ਡਾਈਬਲੀਨ ਗਲਾਈਕੋਲ ਨਾਮ ਦਾ ਤੱਤ ਪਾਇਆ ਗਿਆ, ਜੋ ਕਿ ਉਦਯੋਗਿਕ ਇਕਾਈਆਂ ਦੇ ਵਿੱਚ ਵਰਤਿਆ ਜਾਂਦਾ ਹੈ। ਇਹ ਇੱਕ ਜ਼ਹਿਰੀਲਾ ਤੱਤ ਹੈ। ਇਸ ਸਿਰਪ ਦੀ ਥੋੜੀ ਜਿਹੀ ਓਵਰਡੋਜ਼ ਵੀ ਬੱਚੇ ਲਈ ਜਾਨਲੇਵਾ ਸਿੱਧ ਹੋ ਸਕਦੀ ਹੈ। ਜ਼ਿਕਰ ਖਾਸ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਜ਼ਹਿਰੀਲੇ ਖੰਘ ਸਿਰਪ ਕਾਰਨ ਹੁਣ ਤੱਕ 20 ਮਾਸੂਮ ਬੱਚਿਆਂ ਦੀ ਮੌਤ ਹੋ ਗਈ ਹੈ। ਜ਼ਿਕਰ ਖਾਸ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਜ਼ਹਿਰੀਲੇ ਖੰਘ ਸਿਰਪ ਕਾਰਨ ਹੁਣ ਤੱਕ 22 ਮਾਸੂਮ ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਵਿਕਰੀ ਅਤੇ ਵੰਡ ਅਤੇ ਵਰਤੋਂ ਤੇ ਤੁਰੰਤ ਪ੍ਰਭਾਵ ਨਾਲ ਇਹਨਾਂ ਦਵਾਈਆਂ ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਹ ਘਾਤਕ ਰਸਾਇਣ ਜਿਗਰ, ਗੁਰਦੇ ਅਤੇ ਦਿਮਾਗੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਪਹਿਲਾਂ ਕਈ ਦੇਸ਼ਾਂ ਵਿੱਚ ਵੱਡੇ ਪੱਧਰ ਤੇ ਜ਼ਹਿਰ ਪੈਦਾ ਕਰ ਚੁੱਕਿਆ ਹੈ। ਸੋ ਪੰਜਾਬ ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਦੇ ਸੰਯੁਕਤ ਕਮਿਸ਼ਨਰ ਨੇ ਸਾਰੇ ਡਰੱਗ ਡੀਲਰਸ, ਥੋਕ ਵਿਕਰੇਤਾਵਾਂ ਅਤੇ ਮੈਡੀਕਲ ਸਟੋਰਸ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਨੇ। ਮੌਜੂਦਾ ਸਟਾਕ ਨੂੰ ਤੁਰੰਤ ਸੀਲ ਕੀਤਾ ਜਾਣਾ ਚਾਹੀਦਾ ਹੈ
ਅਤੇ FDA ਨੂੰ ਰਿਪੋਰਟ ਕੀਤਾ ਜਾਣਾ ਚਾਹੀਦਾ ਹੈ। ਉਲੰਘਣਾ ਕਰਨ ਵਾਲਿਆਂ ਨੂੰ ਡਰੱਗਸ ਅਤੇ ਕਾਸਮੈਟਿਕਸ ਐਕਟ ਦੇ ਤਹਿਤ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ। ਹਰਿਆਣਾ ਦੇ ਸੀਨੀਅਰ IPS ਅਫਸਰ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਨੇ ਸਿਆਸਤ ਵਿੱਚ ਹਲਚਲ ਮਚਾਈ ਹੋਈ ਹੈ। ਜਿੱਥੇ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਫਸਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਸੀ, ਉੱਤੇ ਹੀ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਵੀ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਹੈ। ਉਹਨਾਂ ਕਿਹਾ ਹੈ ਕਿ ਇਹ ਬਹੁਤ ਹੀ ਅਣਹੋਣੀ ਘਟਨਾ ਹੈ ਅਤੇ ਅਜਿਹਾ ਘਟਨਾਕ੍ਰਮ ਪਹਿਲਾਂ ਕਦੇ ਨਹੀਂ ਸੁਣਿਆ। ਉਹਨਾਂ ਕਿਹਾ ਹੈ ਕਿ ਇਸ ਘਟਨਾ ਦੇ ਵਿਰੋਧ ਵਿੱਚ ਭਲਕੇ ਪੂਰੇ ਪੰਜਾਬ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾਏਗਾ। ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਇਸ ਪਰਿਵਾਰ ਦੀ ਲੜਾਈ ਲੜਾਂਗੇ ਅਤੇ ਪਰਿਵਾਰ ਨੂੰ ਨਿਆਂ ਦਿਵਾ ਕੇ ਛੱਡਾਂਗੇ। ਉਹਨੇ ਕਿਹਾ ਕਿ ਖੁਦਕੁਸ਼ੀ ਨੋਟ ਮਿਲਣ ਮਗਰੋਂ ਬਣਦੀ ਕਾਰਵਾਈ ਕੀਤੀ ਜਾਂਦੀ ਹੈ, ਪਰ ਜਿਸ ਤਰ੍ਹਾਂ ਇਹ DGP ਦੇ ਪਰਿਵਾਰ ਨਾਲ ਹੋ ਰਿਹਾ ਹੈ, ਇਹ ਬੇਹੱਦ ਹੀ ਸ਼ਰਮ ਦੀ ਗੱਲ ਹੈ। ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਦੇ ਦਬਾਅ ਹੇਠ ਚੰਡੀਗੜ੍ਹ ਪੁਲਿਸ ਕੰਮ ਕਰ ਰਹੀ ਹੈ। ਸੰਵਿਧਾਨ ਨੂੰ ਮੰਨਦੇ ਹੈ ਤਾਂ ਸਾਡਾ ਇਹ ਸਾਰਿਆਂ ਦਾ ਫਰਜ਼ ਹੈ। ਸੋ ਇਸ ਕਰਕੇ ਮੈਂ ਪਿੰਕੀ ਜੀ ਤੇ ਸਾਡੇ ਕੁਲਦੀਪ ਵੈਦ ਸਾਹਿਬ ਉਹ ਵੀ ਆਏ ਆ ਔਰ ਅਸੀਂ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਕੱਲ ਨੂੰ ਪੂਰੇ ਪੰਜਾਬ ਦੇ ਵਿੱਚ ਵੀ ਆਰ ਡੂਇੰਗ ਦਾ ਕੈਂਡਲ ਮਾਰਚ। ਡਿਸਟ੍ਰਿਕਟ ਲੈਵਲ ਤੇ ਸਾਡੇ ਕੈਂਡਲ ਮਾਰਚ ਕਰ ਰਹੇ ਆ ਔਰ ਨਿਆਂ ਇਸ ਪਰਿਵਾਰ ਨੂੰ ਦਿਵਾ ਕੇ ਛੱਡਾਂਗੇ, ਲੜਾਈ ਲੜਾਂਗੇ। ਇਹ ਕਾਂਗਰਸ ਦਾ ਨਹੀਂ ਸੀਗਾ, ਇਹ ਕਿਸੇ ਪਾਰਟੀ ਦਾ ਨਹੀਂ ਸੀਗਾ, ਇਹ ਸਭ ਦਾ ਸਾਂਝਾ ਕੰਮ ਹੈ ਔਰ ਅਸੀਂ ਸਾਂਝੇ ਕੰਮ ਦੀ ਲੜਾਈ ਜ਼ਰੂਰ लड़ाएंगे। आपने कहा कि राहुल गांधी से आपकी बातचीत हुई, क्या राहुल गांधी यहाँ आएंगे? तो ऐसा ऐसी इस बात के ऊपर कोई बात नहीं हुई। राहुल जी यहाँ पर नहीं है, लेकिन उन्होंने चिंता जाहिर की है कि ये बहुत बुरा हुआ है। ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਦੌਰਾਨ ਸਰਕਾਰ ਤੇ ਵੱਡੇ ਸਵਾਲ ਚੁੱਕੇ ਨੇ ਅਤੇ ਇਸ ਦੇ ਨਾਲ ਹੀ ਘਟਨਾ ਦੀ ਨਿੰਦਾ ਕੀਤੀ ਹੈ। ਸੋ ਰਾਜਾ ਵੜਿੰਗ ਨੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਮੌਕੇ ਤੇ ਪੀੜਿਤ ਪਰਿਵਾਰ ਨਾਲ ਖੜੇ ਹੋਣਾ ਚਾਹੀਦਾ ਹੈ। ਜਿੱਥੇ ਕਿ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਹੁੰਦਿਆਂ ਹੀ ਖੇਤਾਂ ਵਿੱਚ ਮੁੜ ਪਰਾਲੀ ਸਾੜਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪਰਾਲੀ ਸਾੜਨ ਦੇ 21 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਕੁੱਲ ਗਿਣਤੀ 116 ਹੋ ਗਈ ਹੈ। ਅੰਮ੍ਰਿਤਸਰ ਜ਼ਿਲ੍ਹਾ 62 ਮਾਮਲਿਆਂ ਦੇ ਨਾਲ ਪਰਾਲੀ ਸਾੜਨ ਵਿੱਚ ਸਭ ਤੋਂ ਅੱਗੇ ਹੈ। PPCB ਅਤੇ ਸਰਕਾਰ ਨੇ ਵੀ ਪਰਾਲੀ ਸਾੜਨ ਵਾਲਿਆਂ ਖਿਲਾਫ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸੋ ਇਸ ਸੀਜ਼ਨ ਵਿੱਚ ਹੁਣ ਤੱਕ 57 ਮਾਮਲਿਆਂ ਵਿੱਚ ਕੁੱਲ 2.75 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਵਿੱਚੋਂ 2.20 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਹੈ। CRPC ਦੀ ਧਾਰਾ 223 ਦੇ ਤਹਿਤ 60 ਮਾਮਲਿਆਂ ਵਿੱਚ FIR ਦਰਜ ਕੀਤੀ ਗਈਆਂ ਨੇ ਅਤੇ 38 ਲਾਲ ਐਂਟਰੀਆਂ ਦਰਜ ਕੀਤੀ ਗਈਆਂ ਨੇ। ਸੋ ਪੰਜਾਬ ਦੇ ਵਿੱਚ 30 ਸਤੰਬਰ ਤੋਂ ਲੈ ਕੇ 10 ਦਿਨਾਂ ਤੱਕ ਪਰਾਲੀ ਸਾੜਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਇਸ ਸਮੇਂ ਦੌਰਾਨ ਕੁਝ ਦਿਨ ਮੀਂਹ ਵੀ ਪਿਆ, ਇਸ ਨਾਲ ਸਰਕਾਰ ਅਤੇ PPCB ਨੂੰ ਰਾਹਤ ਮਿਲੀ ਹੈ, ਪਰ ਮੌਸਮ ਸਾਫ਼ ਹੋਣ ਦੇ ਨਾਲ ਪਰਾਲੀ ਸਾੜਨ ਦਾ ਮਾਮਲਾ ਦੁਬਾਰਾ ਸ਼ੁਰੂ ਹੋ ਗਿਆ। ਸ਼ੁੱਕਰਵਾਰ ਨੂੰ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ 7 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਸ਼ਨੀਵਾਰ ਨੂੰ 14 ਮਾਮਲੇ ਸਾਹਮਣੇ ਆਏ ਨੇ। ਸੋ ਅੰਮ੍ਰਿਤਸਰ ਦੇ ਵਿੱਚ ਹੁਣ ਤੱਕ ਸਭ ਤੋਂ ਵੱਧ 62 ਮਾਮਲੇ ਦਰਜ ਕੀਤੇ ਗਏ। ਇਸ ਤੋਂ ਇਲਾਵਾ ਤਰਨਤਾਰਨ ਵਿੱਚ 21, ਪਟਿਆਲਾ ਵਿੱਚ 10, ਬਰਨਾਲਾ ਵਿੱਚ 3, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਜਲੰਧਰ ਵਿੱਚ 1, ਕਪੂਰਥਲਾ ਵਿੱਚ 3, ਮਲੇਰਕੋਟਲਾ ਵਿੱਚ 4, ਹੁਸ਼ਿਆਰਪੁਰ ਵਿੱਚ 2, ਸੰਗਰੂਰ ਵਿੱਚ 3 ਅਤੇ SAS ਨਗਰ ਵਿੱਚ 1 ਕੇਸ ਸਾਹਮਣੇ ਆਇਆ ਹੈ। PPCB ਦੇ ਅਧਿਕਾਰੀਆਂ ਅਨੁਸਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਲਗਾਤਾਰ ਹੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਪਰਾਲੀ ਸਾੜਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਪੂਰੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਕਮੀ ਆ ਸਕਦੀ ਹੈ। ਸੀਮਾ ਸੁਰੱਖਿਆ ਬਲ ਭਾਵ ਕਿ BSF ਦੇ ਹਵਾਈ ਵਿੰਗ ਨੂੰ ਪਹਿਲੀ ਮਹਿਲਾ ਫਲਾਈਟ ਇੰਜੀਨੀਅਰ ਮਿਲ ਗਈ ਹੈ। ਸੋ ਸੀਮਾ ਸੁਰੱਖਿਆ ਬਲ ਦੇ 50 ਸਾਲਾਂ ਤੋਂ ਵੱਧ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ। BSF ਵੱਲੋਂ ਇੰਸਪੈਕਟਰ ਭਾਵਨਾ ਚੌਧਰੀ ਨੂੰ ਫਲਾਈਟ ਇੰਜੀਨੀਅਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਬਾਅਦ ਪਹਿਲੀ ਵਾਰ ਇਨ ਹਾਊਸ ਟ੍ਰੇਨਿੰਗ ਕੈਪਸੂਲ ਦੀ ਸ਼ੁਰੂਆਤ ਹੋਈ ਹੈ। ਜੰਮੂ ਫਰੰਟੀਅਰ ਲਈ BSF ਦੇ IG ਸ਼ਸ਼ਾਂਕ ਆਨੰਦ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਡਰੋਨ ਵਿਰੋਧੀ ਸਿਸਟਮ ਅਤੇ ਡਰੋਨ ਵਿਰੋਧੀ ਉਪਾਅ ਬਹੁਤ ਹੀ ਪ੍ਰਭਾਵਸ਼ਾਲੀ ਨੇ। ਅਸੀਂ ਆਪਣੇ ਡਰੋਨਸ ਨੂੰ ਅਪਗ੍ਰੇਡ ਕਰ ਰਹੇ ਹਾਂ। BSF ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਨੇ ਗਵਾਲੀਅਰ ਦੀ BSF ਅਕੈਡਮੀ ਵਿੱਚ ਡਰੋਨ ਜੰਗ ਦੇ ਸਕੂਲ ਦਾ ਉਦਘਾਟਨ ਕੀਤਾ। उन्होंने किया कि भारतीय बलों ने ऑपरेशन संदूर दौरान 9 अतवादी सिखलाई हैडकुआटर्स ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੇ ਨਾਲ ਹੀ BSF ਨੇ ਘੱਟੋ-ਘੱਟ 3 ਅਤਵਾਦੀ ਲਾਂਚ ਪੈਡ ਤਬਾਹ ਕਰ ਦਿੱਤੇ ਸਨ। ਜੇ ਦੁਸ਼ਮਣ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਟਿਕਵਾ ਜਵਾਬ ਦੇਵਾਂਗੇ। हमें पता है कि हमारे दुश्मन के द्वारा कई बार इसका प्रयोग किया जाता है
पर हमारे जो एंटी ड्रोन सिस्टम्स हैं, काउंटर ड्रोन मेजर्स जो हमने लिए हुए हैं वो काफ़ी सजग हैं, इफेक्टिव हैं, जिसका असर हमने ऑपरेशन सिंदूर के दौरान भी देखा। और हम हर प्रकार से तैयारी कर रहे हैं। ये एक उभरती हुई टेक्नोलॉजी है, इमर्जिंग टेक्नोलॉजी है, जिसको लेके बीएसएफ में बड़े पैमाने पे टेक्नोलॉजी का इंडक्शन हो रहा है। हम अपने एंटी ड्रोन सिस्टम्स को अपग्रेड कर रहे हैं, हमारे पास जो खुद के ड्रोन्स हैं उनको भी अपग्रेड कर रहे हैं, और ये एक प्रयास है जो लगातार जारी रहेगा। ਤੁਹਾਨੂੰ ਦੱਸ ਦਈਏ ਕਿ ਇੰਸਪੈਕਟਰ ਭਾਵਨਾ ਚੌਧਰੀ ਦੇ ਨਾਲ 4 ਪੁਰਸ਼ ਅਧਿਕਾਰੀਆਂ ਨੂੰ ਹਾਲ ਹੀ ਵਿੱਚ ਬੀਐਸਐਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਵੱਲੋਂ ਉਹਨਾਂ ਦੇ ਫਲਾਈਂਗ ਬੈਜ ਪ੍ਰਦਾਨ ਕੀਤੇ ਗਏ ਸਨ। ਬੀਐਸਐਫ ਨੂੰ 1969 ਤੋਂ ਗ੍ਰਹਿ ਮੰਤਰਾਲੇ ਦੀ ਹਵਾਬਾਜ਼ੀ ਇਕਾਈ ਦੇ ਸੰਚਾਲਨ ਦਾ ਕੰਮ ਸੌਂਪਿਆ ਗਿਆ ਹੈ। ਇਹ ਸਾਰੇ ਨੀਮ ਫੌਜੀ ਬਲਾਂ, ਐਨਐਸਜੀ ਅਤੇ ਐਨਡੀਆਰਐਫ ਵਰਗੇ ਵਿਸ਼ੇਸ਼ ਬਲਾਂ ਦੀਆਂ ਸੰਚਾਲਨ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਕਲਗੀਧਰ ਟਰਸਟ ਬੜੂ ਸਾਹਿਬ ਦੇ ਵੱਲੋਂ ਮੁੜ ਵਸੇਬਾ ਪੰਜਾਬ ਦਾ ਪੁਨਰਵਾਸ ਪ੍ਰਯਾਸ ਹੇਠ ਪੰਜਾਬ ਦੇ ਹੜ੍ਹ ਪੀੜਿਤ ਪਰਿਵਾਰਾਂ ਲਈ 24 ਘੰਟਿਆਂ ਵਿੱਚ ਨਵੇਂ ਘਰ ਤਿਆਰ ਕਰਕੇ ਦਿੱਤੇ ਗਏ ਨੇ। ਸੋ ਇਹ ਘਰ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਾ ਵਿੱਚ ਬਣਾਏ ਗਏ ਨੇ, ਜਿੱਥੇ ਹੜ੍ਹ ਦੌਰਾਨ ਕਈ ਪਰਿਵਾਰ ਬੇਘਰ ਹੋ ਗਏ ਸਨ। ਦੱਸ ਦਈਏ ਕਿ ਟਰਸਟ ਵੱਲੋਂ ਅੰਮ੍ਰਿਤਸਰ ਵਿੱਚ 6 ਅਤੇ ਗੁਰਦਾਸਪੁਰ ਵਿੱਚ 7 ਨਵੇਂ ਘਰਾਂ ਦੀ ਨਿਰਮਾਣ ਪ੍ਰਕਿਰਿਆ ਪੂਰੀ ਕੀਤੀ ਗਈ ਹੈ। ਇਹ ਘਰ ਆਧੁਨਿਕ ਸੁਵਿਧਾਵਾਂ ਦੇ ਨਾਲ ਸਜਾਏ ਗਏ ਨੇ, ਜਿਨ੍ਹਾਂ ਵਿੱਚ 2 ਕਮਰੇ, ਰਸੋਈ, ਲਿਵਿੰਗ ਏਰੀਆ ਅਤੇ ਵਾਸ਼ਿੰਗ ਏਰੀਆ ਸਮੇਤ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਨੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਲਗੀਧਰ ਟਰਸਟ ਦੇ ਆਗੂ ਨੇ ਕਿਹਾ ਕਿ ਸੇਵਾ ਤੇ ਮਾਨਵਤਾ ਸਿੱਖ ਧਰਮ ਦਾ ਅਟੁੱਟ ਹਿੱਸਾ ਹੈ। ਉਹਨਾਂ ਕਿਹਾ ਕਿ ਜਿਵੇਂ 2005 ਵਿੱਚ ਕਸ਼ਮੀਰ ਵਿੱਚ ਆਈ ਤਬਾਹੀ ਦੌਰਾਨ ਸਾਡੇ ਬਾਬਾ ਜੀ ਨੇ ਸ਼ੈਲਟਰ ਘਰ ਬਣਾਉਣ ਦਾ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਅਸੀਂ ਹੁਣ ਪੰਜਾਬ ਦੇ ਹੜ੍ਹ ਪੀੜਤਾਂ ਲਈ ਛੱਤ ਮੁਹੱਈਆ ਕਰਵਾ ਰਹੇ ਹਾਂ। ਇਹ ਸਾਡਾ ਫਰਜ਼ ਵੀ ਹੈ ਅਤੇ ਮਨੁੱਖਤਾ ਲਈ ਸੇਵਾ ਵੀ ਹੈ। ਅਸੀਂ ਅੱਜ ਜਿਹੜੇ ਨੇ 14 ਘਰ ਪਰਿਵਾਰ ਨੂੰ ਸਮਰਪਿਤ ਕਰ ਰਹੇ ਹਾਂ, ਤੋਂ ਪਹਿਲਾਂ ਵੀ ਕਰ ਚੁੱਕੇ ਹਾਂ, ਅੱਗੇ ਵੀ ਸਾਡਾ ਕੰਮ ਚੱਲ ਰਿਹਾ ਹੈ ਤੇ ਇਹ ਕੋਈ ਗਿਣਤੀ ਮਿੰਤੀ ਤੋਂ ਬਾਹਰ ਹੀ ਅਸੀਂ ਤਾਂ ਸਾਡਾ ਤੇ ਇਹ ਵੀ ਕੋਈ ਵੀ ਪਰਿਵਾਰ ਜਿਹੜਾ ਹੈ ਜਿੰਦਾ ਘਰ ਟੁੱਟ ਗਿਆ ਜਾਂ ਰਹਿ ਗਿਆ ਵਿੱਚ ਹੜ੍ਹਾਂ ਦੇ ਵਿੱਚ, ਸਾਡੀ ਕੋਸ਼ਿਸ਼ ਹੈ ਵੀ ਉਸ ਨੂੰ ਘਰ ਦਿੱਤਾ ਜਾਵੇ। ਦੂਸਰੇ ਪਾਸੇ ਹੜ੍ਹ ਪੀੜਿਤ ਪਰਿਵਾਰਾਂ ਨੇ ਕਲਗੀਧਰ ਟਰਸਟ ਬੜੂ ਸਾਹਿਬ ਦਾ ਧੰਨਵਾਦ ਕੀਤਾ ਅਤੇ ਕਿਹਾ ਹੈ ਕਿ ਜਦੋਂ ਪਾਣੀ ਨੇ ਸਾਡੇ ਘਰ ਡਿਗਾ ਦਿੱਤੇ, ਅਸੀਂ ਤਰਪਾਲਾਂ ਹੇਠਾਂ ਰਹਿੰਦੇ ਸਾਂ। ਹੁਣ ਸਾਨੂੰ ਸਿਰਫ ਛੱਤ ਨਹੀਂ ਮਿਲੀ, ਸਗੋਂ ਇੱਜ਼ਤ ਅਤੇ ਉਮੀਦ ਵੀ ਮੁੜ ਮਿਲੀ ਹੈ। ਪਰਿਵਾਰਾਂ ਨੇ ਕਿਹਾ ਹੈ ਕਿ ਟਰਸਟ ਨੇ ਉਹਨਾਂ ਨੂੰ 3 ਮਹੀਨਿਆਂ ਦਾ ਰਾਸ਼ਨ ਪਾਣੀ ਵੀ ਦਿੱਤਾ ਹੈ, ਜਿਸ ਨਾਲ ਉਹ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਸਕਦੇ ਨੇ। ਅਫਗਾਨਿਸਤਾਨ ਦੀਆਂ ਤਾਲਿਬਾਨ ਫੌਜਾਂ ਤੇ ਪਾਕਿਸਤਾਨੀ ਫੌਜਾਂ ਵਿਚਾਲੇ ਜ਼ਬਰਦਸਤ ਹਿੰਸਕ ਝੜਪਾਂ ਹੋਈਆਂ ਨੇ। ਇਸ ਸੰਘਰਸ਼ ਵਿੱਚ 58 ਪਾਕਿਸਤਾਨੀ ਫੌਜੀਆਂ ਦੀ ਮੌਤ ਹੋ ਗਈ ਹੈ। ਡੁਰੈਂਡਰ ਲਾਈਨ ਤੇ ਦੇਰ ਰਾਤ ਅਚਾਨਕ ਹੀ ਕੌਮਾਂਤਰੀ ਸਰਹੱਦ ਤੇ ਗੋਲੀਬਾਰੀ ਸ਼ੁਰੂ ਹੋ ਗਈ। ਆਖਰੀ ਰਿਪੋਰਟ ਆਉਣ ਤੱਕ ਪਾਕਿਸਤਾਨ ਦੀਆਂ ਕਈ ਫੌਜੀ ਚੌਕੀਆਂ ਉੱਤੇ ਤਾਲਿਬਾਨ ਫੌਜਾਂ ਦਾ ਕਬਜ਼ਾ ਹੋ ਚੁੱਕਿਆ ਸੀ। ਦੋਵੇਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਇਹ ਸੰਘਰਸ਼ ਅਫਗਾਨਿਸਤਾਨ ਦੇ ਕੁਨਾਰ ਤੇ ਹੈਲਮੈਂਡ ਸੂਬਿਆਂ ਦੇ ਨਾਲ ਲੱਗਦੇ ਇਲਾਕੇ ਵਿੱਚ ਹੋਇਆ ਹੈ। ਇਸ ਮੌਕੇ ਕਈ ਫੌਜੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਬਹਿਰਾਮਚਾ ਜ਼ਿਲ੍ਹੇ ਦੇ ਸ਼ਕੀਜ਼, ਬੀਬੀ ਜਾਨੀ ਅਤੇ ਸਲੇਹਾਨ ਖੇਤਰਾਂ ਦੇ ਨਾਲ ਪਖਤੀਆਂ ਦੇ ਆਰੂਬ ਜ਼ਾਜ਼ੀ ਜ਼ਿਲ੍ਹੇ ਵਿੱਚ ਗਹਿਗਚ ਜੰਗ ਹੋਣ ਦੀ ਰਿਪੋਰਟ ਮਿਲੀ ਹੈ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਹਵਾਈ ਜਹਾਜ਼ ਪਹਿਲਾਂ ਅਫਗਾਨ ਹਵਾਈ ਖੇਤਰ ਵਿੱਚ ਦਾਖਲ ਹੋ ਗਏ ਸਨ। ਉਸ ਤੋਂ ਬਾਅਦ ਹੀ ਅਫਗਾਨ ਫੌਜਾਂ ਨੇ ਆਪਣੀ ਕਾਰਵਾਈ ਆਰੰਭੀ। ਸਥਾਨਕ ਸਮੇਂ ਅਨੁਸਾਰ ਅੱਧੀ ਰਾਤ ਤੱਕ ਝੜਪਾਂ ਖਤਮ ਹੋ ਗਈਆਂ ਸਨ। ਅਫਗਾਨ ਸਰਕਾਰ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਕਿਤੇ ਪਾਕਿਸਤਾਨ ਨੇ ਦੁਬਾਰਾ ਉਸ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਤਾਂ ਉਸ ਦੀਆਂ ਹਥਿਆਰਬੰਦ ਫੌਜਾਂ ਮੁੜ ਸਖਤ ਜਵਾਬ ਦੇਣਗੀਆਂ। ਇਸ ਦੌਰਾਨ ਕਤਰ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਵੱਧਦੇ ਸਰਹੱਦੀ ਤਣਾਅ ਤੇ ਚਿੰਤਾ ਪ੍ਰਗਟਾਈ ਹੈ। ਉਸ ਨੇ ਦੋਵਾਂ ਧਿਰਾਂ ਨੂੰ ਸੰਜਮ ਵਰਤਣ ਅਤੇ ਗੱਲਬਾਤ ਦੇ ਰਾਹੀਂ ਆਪਣੇ ਮਤਭੇਦਾਂ ਨੂੰ ਹੱਲ ਕਰਨ ਦਾ ਸੱਦਾ ਦਿੱਤਾ। ਉਧਰ ਪਾਕਿਸਤਾਨੀ ਸਰਕਾਰ ਨੇ ਨਾ ਤਾਂ ਇਸ ਸਰਹੱਦੀ ਤਣਾਅ ਤੇ ਸੰਘਰਸ਼ ਦੀ ਕੋਈ ਪੁਸ਼ਟੀ ਕੀਤੀ ਤੇ ਨਾ ਹੀ ਇਨਕਾਰ ਕੀਤਾ। ਉਧਰ ਸਥਾਨਕ ਸੂਤਰਾਂ ਨੇ ਕਿਹਾ ਹੈ ਕਿ ਪਖਤੀਆਂ ਪ੍ਰਾਂਤ ਦੇ ਆਰਬੂਜ਼ ਜ਼ਾਜ਼ੀ ਜ਼ਿਲ੍ਹੇ ਵਿੱਚ ਵੀ ਝੜਪਾਂ ਹੋਈਆਂ ਨੇ, ਜੋ ਸਪਾਈਨਾ ਸ਼ਾਗਾ, ਗੀਵੀ ਮਨੀਜਬਾ ਤੇ ਵਿਵਾਦਿਤ ਸਰਹੱਦ ਦੇ ਨਾਲ ਨੇੜਲੇ ਖੇਤਰਾਂ ਵਿੱਚ ਫੈਲ ਗਈਆਂ ਨੇ। ਅਫਗਾਨ ਰੱਖਿਆ ਮੰਤਰਾਲੇ ਅਨੁਸਾਰ ਰਾਤ ਦੇ ਹਮਲਿਆਂ ਵਿੱਚ ਪਾਕਿਸਤਾਨੀ ਧਿਰ ਦੀਆਂ ਸਹੂਲਤਾਵਾਂ ਅਤੇ ਉਪਕਰਣ ਤਬਾਹ ਹੋ ਗਏ। ਇਸ ਵਿੱਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਕੁਨਾਰ ਅਤੇ ਹੈਲਮੰਡ ਵਿੱਚ ਇੱਕ ਚੌਕੀ ਤਬਾਹ ਕੀਤੀ ਗਈ ਹੈ। ਪਾਕਿਸਤਾਨੀ ਫੌਜਾਂ ਨੂੰ ਤਾਲਿਬਾਨ ਲੜਾਕਿਆਂ ਨੇ ਜਾਨੀ ਤੇ ਮਾਲੀ ਨੁਕਸਾਨ ਪਹੁੰਚਾਇਆ ਹੈ।
ਪਖਤੀਆਂ, ਖੋਸਤ, ਕੁਨਾਰ, ਹੈਲਮਟ ਅਤੇ ਨਗਰਹਾਰ ਪ੍ਰਾਂਤਾਂ ਵਿੱਚ ਇੱਕੋ ਸਮੇਂ ਲੜਾਈ ਦੀਆਂ ਰਿਪੋਰਟਾਂ ਦੇ ਨਾਲ ਟਕਰਾਅ ਵਧਦਾ ਜਾਪਦਾ ਹੈ। ਵਿਸ਼ਲੇਸ਼ਕਾਂ ਨੇ ਚੇਤਾਵਨੀ ਦਿੱਤੀ ਹੈ ਕਿ 2021 ਦੇ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਸਭ ਤੋਂ ਤੀਬਰ ਸਰਹੱਦੀ ਤਣਾਅ ਵਿੱਚੋਂ ਇੱਕ ਹੈ। ਇਸ ਤੋਂ ਅਫਗਾਨਿਸਤਾਨ ਪਾਕਿਸਤਾਨ ਸਬੰਧਾਂ ਦੇ ਨਾਜ਼ੁਕ ਅਤੇ ਅਸਥਿਰ ਸੁਭਾਅ ਉਜਾਗਰ ਹੁੰਦੇ ਨੇ। ਭਾਰਤ ਦੇ ਖੱਬੇ ਹੱਥ ਦੇ ਬੱਲੇਬਾਜ਼ ਵੀ ਸਾਈ ਸੁਦਰਸ਼ਨ ਵੈਸਟ ਇੰਡੀਜ਼ ਵਿਰੁੱਧ ਅਰੁਣ ਜੇਟਲੀ ਸਟੇਡੀਅਮ ਵਿੱਚ ਚੱਲ ਰਹੇ ਦੂਸਰੇ ਅਤੇ ਆਖਰੀ ਟੈਸਟ ਮੈਚ ਦੇ ਤੀਸਰੇ ਦਿਨ ਮੈਦਾਨ ਤੇ ਨਹੀਂ ਉਤਰਨਗੇ। ਸੋ ਦੂਸਰੇ ਦਿਨ ਦੀ ਖੇਡ ਦੌਰਾਨ ਕੈਚ ਲੈਂਦੇ ਸਮੇਂ ਉਹਨਾਂ ਨੂੰ ਸੱਟ ਲੱਗ ਗਈ ਸੀ। ਮਹਿਮਾਨ ਟੀਮ ਦੀ ਪਾਰੀ ਦੇ 8ਵੇਂ ਓਵਰ ਦੀ ਦੂਸਰੀ ਗੇਂਦ ਤੇ ਵੈਸਟ ਇੰਡੀਜ਼ ਦੇ ਓਪਨਰ ਜੌਨ ਦੀ ਗੇਂਦ ਤੇ ਪਾਵਰ ਸ਼ਾਟ ਲੈਗ ਤੇ ਤੇਜ਼ ਕੈਚ ਲੈਂਦੇ ਸਮੇਂ ਸੁਦਰਸ਼ਨ ਦੇ ਹੱਥ ਤੇ ਸੱਟ ਲੱਗੀ ਹੈ। ਫਾਰਵਰਡ ਸ਼ਾਟ ਲੈਗ ਤੇ ਫੀਲਡਿੰਗ ਕਰਦੇ ਸਮੇਂ ਕੈਂਬੈਲ ਦਾ ਸਲੌਗ ਸਵੀਪ ਸੁਦਰਸ਼ਨ ਦੀ ਉਂਗਲੀ ਅਤੇ ਫਿਰ ਉਹਨਾਂ ਦੇ ਹੈਲਮਟ ਤੇ ਲੱਗਿਆ। ਇਸ ਦੇ ਬਾਵਜੂਦ ਉਹਨਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਗੇਂਦ ਉਹਨਾਂ ਦੇ ਹੱਥੋਂ ਨਾ ਜਾਵੇ। ਹਾਲਾਂਕਿ ਸੁਦਰਸ਼ਨ ਨੂੰ ਆਪਣੇ ਹੱਥ ਦੇ ਇਲਾਜ ਦੇ ਲਈ ਮੈਦਾਨ ਛੱਡਣਾ ਪਿਆ ਅਤੇ ਦੂਸਰੇ ਦਿਨ ਦੀ ਖੇਡ ਦੇ ਬਾਕੀ ਸਮੇਂ ਲਈ ਫੀਲਡਿੰਗ ਨਹੀਂ ਕੀਤੀ। ਸੋ ਬਦਲਵੇਂ ਫੀਲਡਰ ਦੇਵਦੱਤ ਨੇ ਫਾਰਵਰਡ ਸ਼ਾਟ ਲੈਗ ਤੇ ਜ਼ਿੰਮੇਵਾਰੀ ਸੰਭਾਲੀ। ਸੋ ਤੀਸਰੇ ਦਿਨ ਦੇ ਖੇਡ ਦੌਰਾਨ ਬੋਰਡ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਾਈ ਸੁਦਰਸ਼ਨ ਦੂਸਰੇ ਦਿਨ ਕੈਚ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਜ਼ਖਮੀ ਹੋ ਗਏ ਸਨ। ਸਾਵਧਾਨੀ ਵਜੋਂ ਉਹ ਅੱਜ ਮੈਦਾਨ ਤੇ ਨਹੀਂ ਉਤਰੇ। ਸੱਟ ਗੰਭੀਰ ਨਹੀਂ ਹੈ ਅਤੇ ਉਹ ਠੀਕ ਨੇ। BCCI ਮੈਡੀਕਲ ਟੀਮ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ। ਦੱਸਣਾ ਚਾਹਾਂਗੇ ਕਿ ਸੁਦਰਸ਼ਨ ਨੇ 165 ਗੇਂਦਾਂ ਤੇ 87 ਦੌੜਾਂ ਦੀ ਇੱਕ ਸੁਚੱਜੀ ਪਾਰੀ ਖੇਡੀ ਅਤੇ 12 ਚੌਕੇ ਲਗਾਏ, ਜਿਸ ਨਾਲ ਭਾਰਤ ਨੂੰ 134.2 ਓਵਰਾਂ ਵਿੱਚ 518 ਤੇ ਆਪਣੀ ਪਹਿਲੀ ਪਾਰੀ ਘੋਸ਼ਿਤ ਕਰਨ ਵਿੱਚ ਸਹਾਇਤਾ ਮਿਲੀ। ਉਨ੍ਹਾਂ ਨੇ ਯਸ਼ਸਵੀ ਜੈਸਵਾਲ ਨਾਲ ਦੂਸਰੇ ਵਿਕਟ ਲਈ 306 ਗੇਂਦਾਂ ਤੇ 193 ਦੌੜਾਂ ਦੀ ਮੈਚ ਪਰਿਭਾਸ਼ਾ ਸਾਂਝੇਦਾਰੀ ਕੀਤੀ, ਜਿਨ੍ਹਾਂ ਨੇ 175 ਦੌੜਾਂ ਬਣਾਈਆਂ। ਕਪਤਾਨ ਸ਼ੁਭਮਨ ਗਿੱਲ ਨੇ ਫਿਰ ਅਜੇਤੂ 129 ਦੌੜਾਂ ਬਣਾਈਆਂ, ਜੋ ਉਹਨਾਂ ਦਾ 10ਵਾਂ ਟੈਸਟ ਸੈਂਕੜਾ ਅਤੇ ਸਾਲ ਦਾ 5ਵਾਂ ਸੈਂਕੜਾ ਸੀ। ਸੋ ਤੀਸਰੇ ਦਿਨ ਦੀ ਸ਼ੁਰੂਆਤ ਭਾਰਤ ਲਈ ਚੰਗੀ ਹੋਈ। ਸੋ ਮੇਜ਼ਬਾਨ ਟੀਮ ਨੇ ਦੁਪਹਿਰ ਦੇ ਖਾਣੇ ਤੱਕ ਮਹਿਮਾਨ ਟੀਮ ਨੂੰ 8 ਵਿਕਟਾਂ ਤੇ 217 ਦੌੜਾਂ ਤੇ ਘਟਾ ਦਿੱਤਾ। ਸੋ ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ, ਜਦੋਂ ਕਿ ਜਡੇਜਾ ਨੇ 3 ਅਤੇ ਸਿਰਾਜ ਨੇ 1 ਵਿਕਟ ਲਿਆ। ਸੋ ਇਹ ਸਨ ਪੰਜਾਬ ਨਿਊਜ਼ ਦੀ ਅਹਿਮ ਖਬਰਾਂ। ਇਸ ਦੇ ਨਾਲ ਹੀ ਤੁਸੀਂ ਮੈਨੂੰ ਆਗਿਆ। ਧੰਨਵਾਦ।